ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਭੱਟੀ ਸਾਹਿਬ ਮੇਰੇ ਨਾਲ ਹਾਜ਼ਰ ਨੇ, ਆਉਣ ਦਾ ਵੈਲਕਮ ਕਰਦੇ ਹਾਂ, ਸਵਾਗਤ ਕਰਦੇ ਹਾਂ। ਜੀ ਆਇਆਂ ਨੂੰ ਭੱਟੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਜੀ। ਮੇਰੇ ਵੱਲੋਂ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ? ਠੀਕ ਠਾਕ ਹੋ? ਬੜੀ ਕਿਰਪਾ ਜੀ, ਤੁਸੀਂ ਸੁਣਾਓ। ਚਲੋ ਕਿਰਪਾ ਚਾਹੀਦੀ। ਅੱਖਾਂ 'ਚ ਨਜਾਇਜ਼ ਵਿਕਦੀ ਛਾਪਾ ਮਾਰ ਲੋ ਪੁਲਿਸਿਓ ਆ ਕੇ। ਜੀ ਜੀ, ਪੁਲਿਸੀਆਂ ਨੇ ਪੁਲਿਸ ਵਾਲਿਆਂ ਦੇ ਮਾਰਿਆ ਛਾਪਾ। ਸਮੇਤ ਸੈਣੀ ਦੀ ਕੋਠੀ ਤੇ ਰੇਡ, ਝਾਰੇ ਗੋਂਗਲੂਆਂ ਤੋਂ ਮਿੱਟੀ ਵਿਜੀਲੈਂਸ ਨੇ ਕੀਤਾ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ। ਫਿਰ ਆਪਾਂ ਅੱਗੇ ਵਧਾਂਗੇ, ਪਹਿਲਾਂ ਇੱਥੇ ਗੱਲ ਕਰ ਲਈਏ। ਦੇਖੋ, ਜੇ ਮੀਡੀਆ ਨੂੰ ਪਤਾ ਲੱਗ ਸਕਦਾ ਕਿ ਵਿਜੀਲੈਂਸ ਵਾਲੇ ਜਿਹੜੇ ਆ ਉਹ ਸਮੇਤ ਸਿੰਘ ਸੈਣੀ ਦੀ ਕੋਠੀ ਤੇ ਰੇਡ ਕਰਨ ਜਾ ਰਹੇ ਆ, ਤੇ ਫਿਰ ਸਮੇਤ ਸਿੰਘ ਸੈਣੀ ਨੂੰ ਕਿਉਂ ਨਾ ਪਤਾ ਲੱਗਦਾ? ਜੇ ਮੀਡੀਆ ਵਾਲੇ ਵਿਜੀਲੈਂਸ ਤੋਂ ਪਹਿਲਾਂ ਪਹੁੰਚ ਸਕਦੇ ਆ ਤੇ ਫਿਰ ਸਮੇਤ ਸਿੰਘ ਸੈਣੀ ਵੀ ਆਪਣੇ ਘਰ ਰਹੂਗਾ। ਕੱਲ ਸ਼ਾਮੀ 7:30 ਵਜੇ ਦੇ ਕਰੀਬ ਜਿਹੜੇ ਵਿਜੀਲੈਂਸ ਵਾਲੇ ਆ, ਜਿਹੜੇ ਰਾਜਦੀਪ ਸਿੰਘ ਹੁੰਦਲ, ਰਾਜਦੀਪ ਸਿੰਘ ਕਿਹੜੇ ਨੇ ਤੁਹਾਨੂੰ ਇਹ ਵੀ ਦੱਸਿਆ, ਜਿਨ੍ਹਾਂ ਦੇ ਇੰਸਪੈਕਟਰ ਇੰਦਰਜੀਤ ਸਿੰਘ ਤੇ ਬੜੇ ਸੰਗੀਨ ਦੋਸ਼ ਲੱਗੇ ਸੀ ਕਿ ਇਹ ਡਰੱਗ ਸਮਗਲਰ, ਅੱਜ ਵੀ ਉਹ ਜੇਲ੍ਹ ਦੇ ਵਿੱਚ। ਰਾਜਦੀਪ ਨੂੰ ਕਹਿੰਦੇ ਸੀ ਉਹ ਦਾਜ ਮਿਲਿਆ, ਜਿੱਥੇ ਵੀ ਰਾਜਦੀਪ SSP ਲੱਗਦਾ ਸੀ ਉਹਨੂੰ ਨਾਲ ਲੈ ਕੇ ਜਾਂਦਾ। ਜਦੋਂ ਇਹਦੀ ਜਾਂਚ ਹੋਈ ਸੀ ਤੇ ਰਾਜਦੀਪ ਪਿੱਟਿਆ ਸੀ ਵੀ ਮੈਨੂੰ ਜਿਹੜੇ ਮੇਰੇ ਅਧਿਕਾਰੀ ਨਜਾਇਜ਼ ਫਸਾਉਣਾ ਚਾਹੁੰਦੇ। ਚਲੋ ਉਹ ਬਚ ਗਿਆ। ਅੱਜ ਕੱਲ ਉਹ ਵਿਜੀਲੈਂਸ ਮੋਹਾਲੀ ਦੇ ਵਿੱਚ SSP ਹੈ। ਉਹਨੇ ਜੇ ਰੇਡ ਕੀਤਾ ਤੇ ਭਾਈ ਤੁਸੀਂ ਰੇਡ ਕਰਨ ਗਏ ਹੋ, ਜੀ ਸਦਕੇ ਕਰਨ ਗਏ ਹੋ, ਤੁਸੀਂ ਜਾ ਕੇ ਛਾਪਾਮਾਰੀ ਕਰਨੀ, ਅਗਲੇ ਪਾਸੋਂ ਅੰਦਰੋਂ ਗੇਟ ਬੰਦ ਆ, ਅੰਦਰ ਤਾਲਾ ਲੱਗਾ ਵਾ, ਅੰਦਰ ਪੁਲਿਸ ਆ। ਪੁਲਿਸ ਵੀ ਕਿਹੜੀ ਸਪੈਸ਼ਲ ਸਿਕਿਉਰਿਟੀ ਜਿਹੜੀ ਮਿਲੀ ਸੀ ਆਪਣੇ ਸੈਣੀ। ਉਹਨਾਂ ਕਿਹਾ ਜੀ ਅਸੀਂ ਬੂਹਾ ਨਹੀਂ ਖੋਲ ਸਕਦੇ। ਇਹਦਾ ਮੀਨ ਟਾਈਮ ਉਹਦਾ ਵਕੀਲ ਆ ਗਿਆ ਸੈਣੀ ਦਾ, ਉਹ ਕਹਿੰਦਾ ਜੀ ਵਾਰੰਟ ਲਿਆਓ, FIR ਲਿਆਓ। ਕਹਿੰਦੇ ਸਭ ਕੁਝ ਬੂਹਾ ਤੇ ਖੋਲੋ, ਫਿਰ ਤੁਹਾਡੀ ਗੱਲ ਕਰਦੇ। ਅਖੀਰ ਤੇ ਸਮਝੌਤਾ ਹੋਇਆ ਤਾਂ ਉਹਨਾਂ ਕਿਹਾ ਜੀ 4 ਬੰਦੇ ਜਾਣਗੇ, ਇੱਕ ਵਕੀਲ ਜਾਊਗਾ, 3 ਪੁਲਿਸ ਵਾਲੇ ਜਾਣਗੇ, 2 SP ਗਏ, ਇੱਕ ਵਕੀਲ ਗਿਆ ਤੇ ਇੱਕ ਬੰਦਾ ਹੋਰ ਗਿਆ। 4 ਬੰਦੇ ਜਾ ਕੇ ਅੰਦਰ ਤਲਾਸ਼ੀ ਲੈ ਗਏ। ਰਾਤ ਦੇ 2:30 ਵਜੇ ਤੱਕ ਤਲਾਸ਼ੀ ਲੈਂਦੇ ਰਹੇ ਵੀ ਅੰਦਰ ਸੈਣੀ ਸਾਹਿਬ ਨਹੀਂ ਹੈਗੇ, ਸੈਣੀ ਚਲਾ ਗਿਆ ਜੀ। ਉਹ ਜਾਣਾ ਹੀ ਸੀ ਉਹਨੇ ਜੀ। ਗੱਲ ਤੇ ਫਿਰ ਉੱਥੇ ਆਉਂਦੀ ਆ ਵੀ ਜੇ ਮੀਡੀਆ ਨੂੰ ਪਤਾ ਲੱਗ ਸਕਦਾ ਵੀ ਸੈਣੀ ਦੀ ਕੋਠੀ ਤੇ ਜਿਹੜੀ ਆ ਉਹ ਵਿਜੀਲੈਂਸ ਰੇਡ ਕਰ ਰਹੀ ਹੈ, ਤੇ ਸੈਣੀ ਨੂੰ ਕਿਹਦਾ ਪਤਾ ਲੱਗੂ ਜਿਹਨੇ 35 ਸਾਲ ਬਤਾਏ ਨੇ ਇਸ ਮਹਿਕਮੇ ਦੇ। ਹੁਣ ਇਹ ਪਖੰਡ ਕਰਦੇ ਪੰਜਾਬੀ ਚ ਕਹਿੰਦੀ, ਪਖੰਡ ਕਰਨ ਵਾਲੀ ਗੱਲ ਵੀ ਕਹਿਣਾ ਵੀ ਵੇਖੋ ਜੀ ਅਸੀਂ ਰੇਡ ਕੀਤਾ ਜੀ, ਅਸੀਂ ਫੜ ਲੱਗਿਆ ਜੀ, 2 ਦਿਨ 3 ਚਰਚਾ ਕਰੂਗਾ ਹੁਣ ਇਹ ਮਾਮਲਾ। ਕੋਈ ਕਹੂਗਾ ਕਿਉਂ ਗਏ, ਕੋਈ ਕਹੂ ਹਾਂ ਕਹੂਗਾ, ਕੋਈ ਨਾ ਕਹੂਗਾ, ਕੋਈ ਕੁਐਸਚਨ ਮਾਰਕ ਕਹੂ, ਕਈ ਕਿਸਮ ਦੀਆਂ ਗੱਲਾਂ ਚੱਲ ਰਹੀਆਂ। ਇੱਕ ਉਹਦੇ ਤੇ ਇਹ ਪਾਇਆ ਗਿਆ, ਤੁਹਾਨੂੰ ਪਤਾ ਹੋਏਗਾ ਅੱਜ ਤੋਂ 15 ਦਿਨ ਪਹਿਲਾਂ ਆਪਾਂ ਇਹ ਵੀ ਖਬਰ ਸਾਂਝੀ ਕੀਤੀ ਸੀਗੀ ਵੀ ਜਿਹੜੀ ਕੋਠੀ 'ਚ ਸੈਣੀ ਰਹਿ ਰਿਹਾ ਉਹ ਕਹਿੰਦਾ ਵੀ ਮੈਂ ਇਹ 2 ਲੱਖ ਰੁਪਇਆ ਕਿਰਾਇਆ ਮਹੀਨੇ ਦਾ ਦਿੰਦਾ। ਲੇਕਿਨ ਉਹ ਜਦੋਂ ਦਸਤਾਵੇਜ਼ ਇਕੱਠੇ ਕੀਤੇ ਤੇ ਇੱਕ ਸੁਰਿੰਦਰਪਾਲ ਸਿੰਘ ਦੇ ਤੇ ਸੈਣੀ ਦੇ ਸਾਈਨ ਜਿਹੜੀ ਉਹਦੇ ਕੋਲੋਂ ਕੋਠੀ ਲਈ ਬਕਾਇਦਾ ਤੌਰ, ਉਹ ਵਿਜੀਲੈਂਸ ਦੇ ਕੋਲ ਆ। ਉਸੇ ਦੇ ਵਿੱਚ ਕੋਈ ਨਵਾਂ ਕੇਸ ਦਰਜ ਕਰਕੇ ਇਹਨਾਂ ਨੇ ਕੱਲ ਉੱਤੇ ਰੇਡ ਕੀਤਾ। ਰੇਡ ਕਰਨ ਤੋਂ ਬਾਅਦ ਉਹਨੂੰ ਫੜਨ ਗਏ, ਲੇਕਿਨ ਉਹ ਨਹੀਂ ਮਿਲਿਆ ਤੇ ਰਾਤ ਫਿਰ ਅੱਕੀ ਆਪਣੇ ਹੱਥ ਪਾਉਂਦੇ ਮਾਰਦੇ ਮੁਰਦੇ 2:30 ਵਜੇ ਵਾਪਸ ਆ ਗਏ। ਚਲੋ ਸੈਣੀ ਦੀ ਵੀ ਗੱਲ ਤੇ ਹੈਗੀ ਆ ਵੀ 7 ਦੇ ਕਰੀਬ ਅੱਧੀ ਦਰਜਨ ਤੋਂ ਸੰਗੀਨ ਕੇਸ ਚੱਲਦੇ ਆ, ਅੱਧੀ ਦਰਜਨ ਤੋਂ ਵੱਧ। ਕਿਸੇ ਨੇ ਕਿਸੇ ਤੇ ਕੁੰਡੀ ਪੈ ਜਾਣੀ, ਅੱਜ ਨਾ ਪਵੇ, ਕੱਲ ਨਹੀਂ ਪਵੇ, ਪਰਸੋਂ ਪਵੇ, ਕਿਤੇ ਕਿਤੇ ਪਾ ਜਾਣੀ, ਕਿਉਂਕਿ ਅਦਾਲਤਾਂ ਵੀ ਕੁਛ ਨਾ ਕੁਛ ਆਪਣਾ ਕਰਕੇ ਜ਼ਰੂਰ ਵਿਖਾਉਣਗੀਆਂ ਵੀ ਅਸੀਂ ਕੁਛ ਕੀਤਾ। ਜੀ ਜੀ ਜੀ। ਇਸ ਕਰਕੇ ਉਮੀਦ ਹੈ ਵੀ ਜਿੱਦਾਂ ਮਰਜ਼ੀ ਸੈਣੀ ਭੱਜ ਲੈ,
ਹੁਣ ਲੋਕੀ ਇਹ ਕਹਿੰਦੇ ਆ ਵੀ ਉੱਥੇ ਕਿਸੇ ਨੇ ਕਿਹਾ ਬੰਦਿਆਂ ਨੇ ਵੀ ਜਦੋਂ ਇਹ ਫੜ ਜਾਂਦਾ ਇਹ ਲੋਕਾਂ ਨੂੰ ਇਹ ਅਫਸਰ ਵਿਖਾਉਂਦਾ ਹੀ ਉੱਥੇ ਇਹ ਸਰਟੀਫਿਕੇਟ ਦਿੰਦਾ ਸੀ ਜਾ ਕੇ ਬਿਲਕੁਲ 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 ਬਿਨਾਂ ਐਫਆਈ ਦੇ ਬੰਦੇ ਚੁੱਕ ਕੇ ਲਿਆ ਕੇ ਤੇ ਬੰਦੇ ਜਿਹੜੇ ਸੀ ਮਾਰ ਦਿੰਦਾ ਸੀ। ਉਦੋਂ ਕਿੱਥੇ ਗਏ ਸੀ ਤੁਸੀਂ? ਉਦੋਂ ਕੋਈ ਨਹੀਂ ਬੋਲਦੇ। ਅੱਜ ਤੁਸੀਂ ਸਾਡੀ ਕਾਪੀ ਮੰਗਣ ਦੇ ਉੱਥੇ ਲੋਕ ਵੀ ਕਾਫੀ ਇਕੱਠੇ ਹੋਏ, ਪੁਲਿਸ ਵੀ ਇਕੱਠੀ ਹੋ ਗਈ ਔਰ ਉਹਨਾਂ ਨੇ ਕਹਿ ਦਿੱਤਾ ਵੀ ਜਿੰਨਾ ਚਿਰ ਲੋਕਲ ਪੁਲਿਸ ਨਹੀਂ ਆਊਗੀ ਉਹਨਾਂ ਚਿਰ ਅਸੀਂ ਵਿਜੀਲੈਂਸ ਨੂੰ ਐਂਟਰ ਨਹੀਂ ਕਰਨ ਦਿਆਂਗੇ। ਕਿਉਂਕਿ ਜਿੱਥੇ ਉਹ ਰਹਿੰਦੇ ਨੇ 20 ਨੰਬਰ ਕੋਠੀ ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਹੋਣਾ। ਉਹ ਫਿਰ ਬਾਅਦ ਦੇ ਵਿੱਚ ਇੰਸਪੈਕਟਰ ਨਾਲ ਦੀ ਫੋਰਸ ਉਹ 2 ਘੰਟੇ ਬਾਅਦ ਆਏ ਆ ਤੇ ਫਿਰ ਜਾ ਕੇ ਐਂਟਰੈਂਸ ਹੁੰਦੀ ਹੋ ਸਕਦਾ। ਜਦੋਂ ਤੱਕ ਟਿਕਾਣੇ ਤੇ ਪਹੁੰਚ ਗਏ ਨੇ ਵੱਡੇ ਸਾਹਿਬ। ਬਿਲਕੁਲ ਸਾਹਿਬ ਵੱਡੇ ਟਿਕਾਣੇ ਤੇ ਪਹੁੰਚ ਗਏ, ਬਿਲਕੁਲ ਪਹੁੰਚ ਗਏ ਜੀ ਜੀ। ਇਸੇ ਕਰਕੇ ਇਹ ਪਖੰਡ ਕਰ ਰਹੇ ਨੇ। ਮੈਂ ਪਖੰਡ ਕਹੂੰਗਾ ਨਹੀਂ, ਇਸ ਗੱਲ ਪਖੰਡ ਇਸ ਕਰਕੇ ਕਹੂੰਗਾ ਜਾਂ ਤੇ ਕੌਨਕਰੀਟ ਕੋਈ ਨਾ ਕੋਈ ਗੱਲ ਕਰੋ, ਜੇ ਨਹੀਂ ਕਰ ਸਕਦੇ ਰਹਿਣ ਦਿਓ ਜਿੱਦਾਂ ਲੋਕ। ਠੀਕ ਠੀਕ। ਲੋਕਾਂ ਨੇ ਤੁਸੀਂ ਜ਼ਖਮ ਕਿਉਂ ਝੇੜ ਰਹੇ ਹੋ ਦੁਬਾਰਾ? ਫਿਰ ਜਿਹੜੀ ਉਹ ਵਕੀਲ ਆ ਕੁੜੀ ਮਾਨਸੀ ਨਾ ਉਹਦਾ ਉਹ ਬੀਬੀ ਦੇ ਜਿੰਨੇ ਕਹਿੰਦੇ ਵਿਟਨੈਸ ਆਈ ਵਿਟਨੈਸ ਹੈ। ਮੈਂ ਉਸ ਟਾਈਮ ਜਿੱਥੇ ਉਹ ਹਵਾਲਾ ਸੀ ਉੱਥੇ ਨਾਲ ਉਹਦੇ ਥਾਣੇ ਸੀਸੀਐਸ ਸਟਾਰ ਦੇ ਵਿੱਚ ਸੀਗੀ। ਜੇ ਉਹਦੇ ਉੱਤੇ ਹੀ ਅਜੇ ਕੋਰਟ ਦੀ ਜਾਂ ਇਹਨਾਂ ਦੀ ਆਪਣੀ ਜਾਂਚ ਸੀ ਤਸੱਲੀ ਦੀ ਹੋਈ ਤੇ ਫਿਰ ਕਿਹਦੇ ਤੇ ਹੋਊਗੀ? ਬਿਲਕੁਲ ਬਿਲਕੁਲ। ਨਾਲੇ ਉਹ ਐਡਵੋਕੇਟ। ਬਿਲਕੁਲ ਬਿਲਕੁਲ ਜੀ। ਆਓ ਫਿਰ ਹੁਣ ਉਸ ਚਰਚਿਤ ਵਿਸ਼ੇ ਤੇ ਗੱਲ ਕਰਦੇ ਹਾਂ। ਕਹਿੰਦੇ ਨੇ ਕਿ ਦਾਦੂਵਾਲ ਹਾਂਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕਾਰਜਕਾਰ ਨੇ ਜਥੇਦਾਰ ਬਣਾਏ ਹਨ। ਨਹੀਂ ਕਾਰਜਕਾਰੀ ਜੀ ਇਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਣਾਏ। ਤਖਤ ਸ੍ਰੀ ਦਮਦਮਾ ਸਾਹਿਬ ਹਾਂਜੀ ਉਹ ਕਾਰਜਕਾਰ ਨੇ ਦੂਜੇ ਬਣਾਏ ਨੇ। ਹਾਂਜੀ ਹਵਾਲਾ ਸੀ ਦੀ ਥਾਂ ਤੇ। ਜੀ ਜੀ ਜੀ। ਦਾਦੂਵਾਲ ਨੇ ਭਾਜਪਾ ਆਗੂ ਤੇ ਕੌਮੀ STSC ਦੇ ਚੇਅਰ ਵਿਜੇ ਸਾਂਪਲਾ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕਰਨ ਦੀ ਜਿਹੜੀ ਆਲੋਚਨਾ ਕੀਤੀ ਹੈ ਵੀ ਇਹਦਾ ਕਿਉਂ ਵਿਰੋਧ ਹੋਇਆ। ਹੁਣ ਕੁਝ ਤਾਂ ਸੋਸ਼ਲ ਨੈਟਵਰਕ ਮੀਡੀਆ ਤੇ ਕਹਿ ਰਿਹਾ ਕਿ ਬਿੱਲੀ ਥੈਲਿਓਂ ਬਾਹਰ ਆ ਗਈ ਜਾਂ ਥੈਲੇ ਚੋਂ ਬਿੱਲੀ ਬਾਹਰ ਆ ਗਈ ਜਾਂ ਕੁਛ ਵੀ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਨੇ। ਪਿੰਡ ਵਾਲਿਆਂ ਨੇ ਦਾਦੂਵਾਲ ਦਾ ਬਾਈਕਾਟ ਕੀਤਾ ਤੇ 21 ਕਿਸਾਨਾਂ ਨੂੰ ਕੀਤਾ ਨਾਮਜ਼ਦ। 500 ਦੇ ਖਿਲਾਫ ਮੁਕੱਦਮਾ ਦਰਜ ਹੋਇਆ। ਤੁਹਾਡਾ ਕੀ ਨਜ਼ਰੀਆ ਤੇ ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਗੱਲ ਹੈ, ਤੁਹਾਨੂੰ ਪਤਾ ਸਭ ਤੋਂ ਪਹਿਲਾਂ ਆਪਾਂ ਰੌਲਾ ਪਾਇਆ ਸੀ ਜਦੋਂ ਇਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ। ਤੇ ਉਹ ਰੌਲਾ ਹੋਈ ਕੋਈ ਜਿਹਨੂੰ ਕੋਈ ਮਰਿਆਦਾ ਦੀ ਜਾਣਕਾਰੀ। ਆਪਾਂ ਗੱਲ ਕਹੀ ਸੀ ਬਾਬਾ ਜੀ 2 ਅਹੁਦੇ ਤੁਸੀਂ ਨਹੀਂ ਰੱਖ ਸਕਦੇ। ਜੇਕਰ ਤੁਸੀਂ ਪ੍ਰਧਾਨ ਬਣਨਾ ਤੇ ਤੁਹਾਨੂੰ ਜਥੇਦਾਰੀ ਭਾਵੇਂ ਮਾੜੀ ਆ ਭਾਵੇਂ ਚੰਗੀ ਆ ਉੱਤੋਂ ਅਸਤੀਫਾ ਦੇਣਾ ਪਊ। ਤੇ ਬਾਬੇ ਨੇ ਅਗਲੇ ਦਿਨ ਅਸਤੀਫਾ ਦਿੱਤਾ ਸੀ, ਭਾਈ ਮੈਂ ਚੱਲਿਆ, ਮੈਂ ਪ੍ਰਧਾਨਗੀ ਕਰ ਰਹੀ, ਮੈਨੂੰ ਜਥੇਦਾਰੀ ਨਹੀਂ ਚਾਹੀਦੀ। ਤੇ ਕੁਛ ਹੱਦ ਤੱਕ ਗੱਲ ਵੀ ਠੀਕ ਸੀ ਵੀ ਜਿਹੜੀ ਅਧੂਰੀ ਜੀ ਜਥੇਦਾਰੀ ਮਿਲੀ ਸੀ ਉਹਨੂੰ ਉਸੇ ਨਾਂ ਦੀ ਨਾ ਤਰੀਕ ਜਥੇਦਾਰ ਸੀ, ਬਾਕੀ ਨਾ ਪਾਵਰ ਨਾ ਗੱਲ ਨਾ ਕੋਈ ਬਾਤ ਦਾ ਦਫ਼ਤਰ ਨਾ ਕੋਈ ਪੁੱਛਣ ਵਾਲਾ ਨਾ ਪਛਾਉਣ ਵਾਲਾ। ਇਹਦੇ ਵਿੱਚੋਂ ਤੁਹਾਨੂੰ ਪਤਾ 3 ਜਥੇਦਾਰ ਸੀਗੇ ਜਿਹੜੇ ਬਾਹਰ ਸੀਗੇ। ਇੱਕ ਤੇ ਦਿਲ ਦੇ ਵਿੱਚ ਭਾਈ ਮਰੀਕ ਸਿੰਘ ਲਾਲਾ ਨੇ ਆਪਣੇ ਆਪ ਨੂੰ ਪਹਿਲਾਂ ਲਾਂਭੇ ਕਰ ਲਿਆ ਸੀ। ਹੁਣ ਬਾਬਾ ਜੀ ਜੇ ਤੁਸੀਂ ਮਿਲਣਾ ਸੀ ਜਿਹੜੇ ਸਾਡੇ ਸਾਂਪਲਾ ਸਾਹਿਬ ਆ ਵਿਜੇ ਸਾਂਪਲਾ, ਭਾਵੇਂ ਤੁਸੀਂ ਇਹ ਗੱਲ ਕਹਿੰਦੇ ਵੀ ਉਹ ਸੰਵਿਧਾਨਕ ਅਹੁਦੇ ਤੇ ਨੇ ਤੇ ਜਦੋਂ ਬੰਦਾ ਸੰਵਿਧਾਨਕ ਤੇ ਅਹੁਦੇ ਤੇ ਹੁੰਦਾ ਤੇ ਉਹਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ। ਲੇਕਿਨ ਉਹ BJP ਦੇ ਅੱਜ ਵੀ ਆਗੂ ਨੇ, ਉਹਨਾਂ ਨੂੰ ਪੁੱਛ ਕੇ ਵੇਖੋ ਕਦੀ ਡਿਨਾਈ ਨਹੀਂ ਕਰਨਗੇ ਇਸ ਗੱਲ ਤੋਂ ਕਿ ਮੈਂ BJP ਦਾ ਨਹੀਂ ਆਗੂ। ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕੀਤਾ। ਜਦੋਂ ਉਹ ਬਾਬੇ ਦਾਦੂਵਾਲ ਦੇ ਦਾਦੂ ਸਾਹਿਬ ਗੁਰਦੁਆਰੇ 'ਚ ਮਿਲਣ ਜਾ ਰਹੇ ਸੀ ਤਾਂ ਕਿਹਾ ਨਹੀਂ ਪਈ ਪਹਿਲਾਂ ਤੁਸੀਂ ਕਿਸਾਨਾਂ ਨਾਲ ਗੱਲਬਾਤ ਕਰੋ, ਕਿਸਾਨਾਂ ਦਾ ਹਿਸਾਬ ਕਿਤਾਬ ਕਰੋ। ਤੇ ਉਹਨੇ ਵਾਪਸ ਮੁੜਨਾ ਪਿਆ। ਉਹਦੇ ਤੇ ਬਾਬਾ ਦਾਦੂਵਾਲ ਜੀ ਬੜੇ ਭੜਕੇ। ਉਹਨਾਂ ਕਿਹਾ ਜੀ ਇਹ ਬਾਦਲ ਦਲੀਏ ਕਿਸਾਨ ਨੇ, ਇਹ ਬਾਦਲ ਦਲੀਏ ਮੇਰਾ ਵਿਰੋਧ ਕਰ ਰਹੇ ਆ। 25 ਸਾਲ ਤੋਂ ਮੈਂ ਇਹਨਾਂ ਜੰਗ ਲੜ ਰਿਹਾ ਇਹਨਾਂ ਦੇ ਖਿਲਾਫ, 25 ਸਾਲ ਜੰਗ ਲੜ ਰਿਹਾ ਇਹਨਾਂ ਦੇ ਖਿਲਾਫ। ਇਸੇ ਕਰਕੇ ਇਹ ਬਿਲਕੁਲ ਇਸ ਪਾਸੇ ਨਾ ਆਉਣ, ਮੇਰੇ ਪਾਸੇ ਜਿਹੜੀ ਗੱਲ ਕਰ ਰਹੇ ਮੇਰੇ ਕੰਮ 'ਚ ਦਖਲਅੰਦਾਜ਼ੀ ਨਾ ਕਰ। ਇਸ ਕਰਕੇ ਉਹਨਾਂ ਨੇ ਜਿਹੜੀ ਇਹ ਗੱਲ ਕੀਤੀ ਬਾਬਾ ਦਾਦੂਵਾਲ ਨੇ, ਤੇ ਬਾਬਾ ਦਾਦੂਵਾਲ ਨੂੰ ਇਹ ਚਾਹੀਦਾ ਸੀ ਵੀ ਇਹ ਵੀ ਸਪਸ਼ਟੀਕਰਨ ਦੇ ਦਿੰਦਾ ਵੀ ਭਾਈ ਵੇਖੋ ਤੁਸੀਂ ਜਿਹੜੇ ਇਹ ਸਾਡੇ ਕਿਸਾਨ ਆ ਇਹਨਾਂ ਦੀ ਗੱਲ ਸੁਣ ਲਓ।
ਆਪਣੇ ਕੋਲ ਭਾਕੇ ਸੁਣਾ ਦਿੰਦੇ। ਜੇ ਦਾਦੂਵਾਲ ਜੀ ਤੁਹਾਨੂੰ ਲੋੜ ਸੀ ਮਿਲਦੀ ਤੇ ਦਿੱਲੀ ਜਾ ਕੇ ਮਿਲਣੀ, ਉਹਨਾਂ ਨੂੰ ਆਪਣੇ ਗੋਦਰੇ ਪਾਉਣ ਦੀ ਕੀ ਲੋੜ ਸੀਗੀ? ਬਿਲਕੁਲ ਜਾਣ ਕੇ ਤੁਸੀਂ ਪੰਗਾ ਪਾਇਆ। ਹੁਣ ਉੱਥੋਂ ਦੇ ਜਿਹੜੇ ਲੋਕ ਆ ਪਿੰਡ ਦਾਦੂ ਦੇ, ਉਹਨਾਂ ਨੇ ਬਾਬਾ ਦਾਦੂਵਾਲ ਦਾ ਬਾਈਕਾਟ ਕਰ, ਠੀਕ, ਇਹਦੇ ਨਾਲ ਕੋਈ ਲੈਣ ਦੇਣ ਨਹੀਂ ਕਰੇਗੇ। ਤੇ ਬਾਬਾ ਜੀ ਬਾਰ-ਬਾਰ ਕਹੀ ਜਾਂਦੀ, ਇਹ ਬਾਦਲ ਦਲੀਏ ਜੀ ਮੇਰੇ ਪਹਿਲਾਂ ਵੀ ਵਿਰੋਧ ਨੇ ਮੇਰੇ, ਭਾਵੇਂ ਉਹ ਤੁਹਾਡੇ ਵਿਰੁੱਧ ਹੋਣ ਜਾਂ ਨਾ ਹੋਣ। ਮੈਨੂੰ ਤਾਂ ਕਿਸਾਨਾਂ ਪੱਟੀ ਸਾਹਿਬ, ਮੈਨੂੰ ਤਾਂ ਆਪਣੀ ਕੌਮ ਦੇ ਉੱਤੇ ਹਾਸਾ ਆਉਂਦਾ ਭਈ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਮਨੀ ਸਿੰਘ, ਹਾਂਜੀ ਹੋਰ ਪਤਾ ਨਹੀਂ ਕਿੰਨੇ ਕਿੰਨੇ ਮਹਾਨ ਸ਼ਹੀਦ ਹੋ ਗਏ, ਉਹ ਹੋ ਗਏ ਭਾਈ। ਜੀ ਹਾਂਜੀ, ਉਹ ਹੋ ਗਏ ਭਾਈ। ਤੇ ਇਹਨਾਂ ਨੇ ਪਤਾ ਨਹੀਂ ਕਿੱਥੋਂ ਬਾਬੇ ਦੀ, ਉਹ ਸੰਤਾਂ ਦੀ ਜਿਹੜੀ ਆ ਉਪਾਧੀ ਲੈ ਲੈਂਦੇ ਨੇ, ਕਿੱਥੋਂ ਚਾਰ ਢੋਲਕੀਆਂ ਵਾਲੇ ਰੱਖ ਕੇ ਚੁਟਕਲੇ ਜੇ ਸੁਣਾ ਕੇ ਪੁੱਠੇ ਸਿੱਧੇ ਸਿਆਣਿਆਂ ਨੇ ਰੱਖ ਕੇ ਤੇ ਬਾਬੇ ਬਣ ਜਾਂਦੇ ਨੇ। ਮੈਨੂੰ ਤੇ ਇਹ ਨਹੀਂ ਸਮਝ ਲੱਗੀ ਬਾਬੇ ਕਿਵੇਂ ਬਣ ਜਾਂਦੇ ਨੇ। ਬਾਬਿਆਂ ਦੀ ਇਹਨਾਂ ਨੂੰ ਉਪਾਧੀ ਕੌਣ ਦਿੰਦਾ? ਕਿਹੜਾ ਡਿਪਲੋਮਾ ਹੋਲਡਰ ਆ ਜਿਹੜਾ ਇਹਨਾਂ ਨੂੰ, ਕਿਹੜਾ ਜਿਹੜੀ ਸੰਸਥਾ ਸਾਡੀ ਕੌਮ ਦੀ ਜਿਹੜੀ ਇਹਨਾਂ ਨੂੰ ਬਾਬੇ ਬਣਾਉਂਦੀ ਆ? ਇਸ ਬਾਬਾਗਿਰੀ ਨੇ ਜੋ ਕੌਮ ਦਾ ਸਤਿਆਨਾਸ਼ ਕੀਤਾ ਹੈ ਨਾ, ਰਹਿ ਰੱਬ ਦਾ ਨਾ, ਇਹਨਾਂ ਨੂੰ ਬਾਬੇ ਬਣਾਉਂਦਾ ਕੌਣ? ਸਮਝਣ ਵਾਲੀ ਪੁੱਛਣ ਵਾਲੀ ਗੱਲ ਇਹ ਆ। ਉਹ ਜਿਹੜੇ ਵੱਡੇ ਵੱਡੇ ਮਹਾਨ ਸ਼ਹੀਦ ਉਹ ਭਾਈ ਹੋ ਗਏ। ਜੀ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਜਾਂ ਭਾਈ ਮਨੀ ਸਿੰਘ ਜੀ ਵਰਗੇ, ਜਿਨ੍ਹਾਂ ਨੇ ਬੰਦ ਕਟਵਾ ਲਿਆ ਹਨਾ। ਜੀ ਹੋਰ ਕਿੰਨਿਆਂ ਦਾ ਨਾਂ ਲਓਗੇ ਤੁਸੀਂ? ਇਹਨਾਂ ਨੂੰ ਬਾਬੇ ਬਣਾਉਂਦਾ ਕੋਲ? ਮੈਨੂੰ ਨਹੀਂ ਸਮਝ ਲੱਗਦੀ ਬਾਬਿਆਂ ਦੀ ਡਿਗਰੀ ਕੌਣ ਦਿੰਦਾ ਇਹਨਾਂ ਨੂੰ? ਚਾਵਲਾ ਸਾਹਿਬ ਇਹ ਬਾਬੇ ਬਣ ਗਏ। ਬਾਬੇ ਤੇ ਸਿਰਫ 5 ਹੀ ਪ੍ਰਵਾਨਤਾ ਸਾਡੇ ਸਿੱਖ ਪੰਥ ਦੇ ਵਿੱਚ। 4 ਸਾਹਿਬਜ਼ਾਦੇ ਨੇ ਤੇ ਪੰਜਵੇਂ ਬਾਬਾ ਦੀਪ ਸਿੰਘ ਜੀ ਨੂੰ ਬਾਬਾ ਦਾ ਲੱਕ ਮਿਲਿਆ, ਜਿਹਨੂੰ ਖਿਤਾਬ ਮਿਲਿਆ। ਚਲੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਤੁਸੀਂ ਗਿਣ ਲਓ, ਉਹਨਾਂ ਕੈਟਾਗਰੀ ਚ ਆ ਜਾਂਦਾ, ਚਲੋ ਠੀਕ ਆ। ਤੇ ਉਹਨਾਂ ਦੀਆਂ ਕੁਰਬਾਨੀਆਂ ਨੇ, ਇਹਨਾਂ ਦੀ ਕੀ ਕੁਰਬਾਨੀ ਹੈ? ਉਹ ਭਾਈ ਦੀ ਕੈਟਾਗਰੀ ਚਾਹੁੰਦੇ ਤੁਸੀਂ। ਮੈਂ ਆਪਣੀ ਅੱਖੀਂ ਜਾ ਕੇ ਵੇਖੇ ਜਿਹੜੇ ਜਥੇਦਾਰ ਰੂਟ ਸਿੰਘ ਨੇ ਹੁਕਮਨਾਮਾ ਜਾਰੀ ਕੀਤੇ ਤੇ ਭਾਈ ਲਿਖਿਆ ਭਾਈ ਰੂਟ ਸਿੰਘ, ਜਥੇਦਾਰ ਨਹੀਂ ਭਾਈ ਰੂਟ ਸਿੰਘ ਲਿਖਿਆ, ਜਥੇਦਾਰ ਭਾਈ ਰੂਟ ਸਿੰਘ। ਅੱਜ ਦੇ ਜਿਹੜੇ ਸਾਡੇ ਜਥੇਦਾਰ ਨੇ ਉਹ ਜਥੇਦਾਰ ਖੋਕ ਰਾਜੀ ਨੇ, ਸਿੰਘ ਸਾਹਿਬ ਨੇ। ਅਸੀਂ ਜਥੇਦਾਰ ਖੋਕ ਰਾਜੀ ਨਹੀਂ ਹੈਗੇ, ਸਿੰਘ ਸਾਹਿਬ। ਉਹ ਪ੍ਰਾਤਨ ਸਿੰਘਾਂ ਦੇ ਪਦ ਚਿੰਨ੍ਹ ਤੇ ਚੱਲਦੇ ਆ, ਸੱਚ ਨੂੰ ਸੱਚ ਕਹਿੰਦੇ ਆ, ਝੂਠ ਨੂੰ ਠੋਕਰਾਂ ਮਾਰਦੇ ਨੇ। ਇਹ ਤਾਂ ਉਹ ਨੇ ਜਥੇਦਾਰ ਜਿਹੜੀ ਮਲੇਰਕੋਟ ਆਪਣੇ ਉਹ ਜਿਹੜੀ ਜ਼ਕਰੀਆ ਖਾਨ ਨੇ ਦਿੱਤੀ ਸੀਗੀ, ਉਹ ਜਿਹੜਾ ਪਹਿਲਾ ਜਥੇਦਾਰ ਸੀ, ਉਹ ਜਥੇਦਾਰ ਆ। ਬਿਲਕੁਲ, ਜਿਹੜੇ ਇਹ ਬਾਬੇ ਨੇ ਜੀ, ਬਾਬੇ ਜਿਹੜੇ ਅੱਗੇ ਤੋਂ ਹੁੰਦੇ ਸੀ ਨਾ ਵੀ ਇੱਟ ਪੁੱਟਿਆ ਲੱਭਦੇ, ਹੁਣ ਇੱਟ ਤੇ 4 ਬੈਠੇ ਨੇ ਤੇ ਕੌਮ ਦੇ ਜੜੀ ਤੇਲ ਦਿੰਦੇ ਪਏ ਨੇ। ਇਹਨੂੰ ਕਿਹਾ ਮੈਂ, ਉਹ ਛਤੀਰੀ ਜਿਹੜੀ ਨਾ ਲੱਗਦੀ ਆ ਕਿ ਸਿੱਖ ਕੌਮ ਦੀ ਛਤੀਰੀ ਬੜੀ ਸਟਰੋਂਗ ਹੋਣੀ ਆ। ਪੁਰਾਣੇ ਮਤਲਬ ਘਰ ਦੇ ਵਿੱਚ ਹੁੰਦੀਆਂ ਸੀ ਨਾ ਛਤੀਰੀਆਂ, ਤੇ ਆਮ ਲੋਕ ਕਹਿੰਦੇ ਚਲੋ ਇਹਦੇ ਬਾਲੇ ਬੁਲੇ ਕਢਾ ਕੇ, ਤੇ ਹੁਣ ਫਿਰ ਬਾਲਿਆਂ ਦਾ ਰਿਵਾਜ ਆਇਆ। ਛਤੀਰੀਆਂ ਵਾਲੇ ਘਰ ਹੁੰਦੇ ਸੀਗੇ, ਫਿਰ ਬਾਲਿਆਂ ਦਾ ਰਿਵਾਜ ਆਇਆ, ਫਿਰ ਬਾਲਿਆਂ ਤੋਂ ਗਾਂ ਤੁਹਾਨੂੰ ਪਤਾ ਹੀ ਆ ਫਿਰ ਲੈਂਟਰਾਂ ਦਾ ਕੰਮ ਚੱਲ ਪਿਆ। ਹੁਣ ਤਾਂ ਟਾਵੇਂ ਬਾਲੇ ਵਾਲੇ ਵੀ ਹੋਣਗੇ ਉੱਥੇ, ਪਰ ਹੈਗੇ ਨੇ। ਪਰ ਇਹ ਉਹ ਕਹਿੰਦਾ ਕਿ ਜਦੋਂ ਇਹਨੂੰ ਇਹੋ ਜਿਹੀ ਸਿਉਂਕ ਲੱਗੀ ਹੁੰਦੀ ਅੰਦਰ, ਉਹ ਪਤਾ ਹੀ ਨਹੀਂ ਹੁੰਦਾ ਛਤੀਰੀ ਨੂੰ, ਤਾਂ ਬੜੀ ਸਾਨੂੰ ਭਰਮ ਹੁੰਦਾ ਕਿ ਬੜੀ ਵੱਡੀ ਛਤੀਰੀ ਇਹਦੇ ਬਾਲੇ ਬਣਾਵਾਂਗੇ। ਤੇ ਜਦੋਂ ਉਹਨੂੰ ਲੈ ਕੇ ਜਾਂਦੇ ਨਾ ਉੱਥੇ ਤਰਖਾਣ ਤੇ, ਪਤਾ ਉਦੋਂ ਲੱਗਦਾ ਬਾਲੀਆਂ ਨਿਕਲਦੀਆਂ ਨੇ ਵਿੱਚੋਂ। ਕਹਿੰਦਾ ਜਾ ਕੇ ਭਾਈ ਲੱਕੜਾਂ ਬਾਲ ਲਓ ਇਹਦੀਆਂ। ਇਹ ਉਹ ਕੰਮ ਹੋਇਆ ਪਿਆ। ਇਹ ਉਹ ਕੌਮ, ਇਹ ਉਹ ਬਾਬੇ ਨੇ ਜਿਨ੍ਹਾਂ ਨੇ ਇਸ ਤਰੀਕੇ ਨਾਲ ਕੌਮ ਦਾ ਮਤਲਬ ਐਨ ਥੱਲਿਓ ਹੀ ਖੋਖਲਾ ਕੀਤਾ ਹੋਇਆ। ਖੈਰ ਐਨੀਵੇ, ਹੁਣ ਮਜਬੂਰੀ ਕੀ ਹੈ ਜੀ? ਮਜਬੂਰੀ ਕੀ ਆ ਬਾਬਾ ਬਲਜੀਤ ਸਿੰਘ ਦੀ? ਕੇਸ ਮਜਬੂਰੀ ਉਹਨਾਂ ਦੀ ਇਹ ਆ ਕਿ ਉਹ ਆਪਣੀ ਜਿਹੜੀ ਗੱਦੀ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹ ਪੱਕੀ ਕਰਨੀ ਚਾਹੀਦੀ। ਬਸ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿੱਛੇ ਦੇ ਮੈਂਬਰ ਦੇ ਨੋਮੀਨੇਟ ਕੀਤੇ, ਜਿਹੜੇ ਕੋਈ ਛੱਡ ਗਏ ਸੀ, ਕੁਝ ਮਰ ਗਏ ਸੀ, ਉਹ ਬਕਾਇਦਾ ਤੌਰ ਤੇ ਭਾਜਪਾ ਨੇ ਆਪਣੇ ਬੰਦੇ ਵਿੱਚ ਪਾਏ ਉਹਨੇ ਪਾਇਆ। ਤੇ ਫਿਰ ਗੱਲ ਵੀ ਤੁਹਾਨੂੰ ਸੁਣੀ ਜਾਣੀ ਆ। ਬਿਲਕੁਲ। ਅਗਲੇ ਪਾਸੇ ਸ਼੍ਰੋਮਣੀ ਕਮੇਟੀ ਤੇ ਹਰਿਆਣਾ ਕਮੇਟੀ ਦੇ ਵਿਚਾਲੇ ਜਿਹੜਾ ਸੁਪਰੀਮ ਕੋਰਟ ਦੀ ਕੇਸ ਚੱਲਦਾ, ਤੂੰ ਵੀ ਤੇ ਆਪਣੇ ਹੱਕ ਚ ਕਰਾਉਣਾ ਨਾ ਕਿਸੇ ਤਰੀਕੇ। ਬਿਲਕੁਲ, ਹਾਂ ਉਹ ਗੱਲ ਆ ਗਈ ਨਾ, ਮੁਕਤਸਰ ਦੀ ਜੰਗ ਤੇ ਮਾਤਾ ਭਾਗ ਕੌਰ ਤੇ ਭਾਈ ਮਹਾਂ ਸਿੰਘ ਬਦਾਵਾ, ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦਾ ਭਾਈ ਮਹਾਂ ਸਿੰਘ ਦੇ ਕੋਲ ਹੈ।
ਤੇ ਹਾਲਾਂਕਿ ਕਹਿੰਦੇ ਨੇ ਕਿ ਉਹ ਬਦਾਵਾ ਸਾਰੇ ਭਾਰਤੀਆਂ ਨੇ ਲਿਖਿਆ ਸੀਗਾ, ਚਲੋ ਮਾਝੇ ਵਾਲੇ ਪਾਸੇ ਨੂੰ ਆ ਕੇ ਭਾਈ ਮਾਨ ਸਿੰਘ ਤੇ ਮਝੈਲਾਂ ਦਾ ਨਾਂ ਲੱਗਦਾ, ਭਾਵ ਕਿ ਉਸ ਵਕਤ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਕੋ ਕੱਲੇ ਮਝੈਲ ਨਹੀਂ ਸੀ, ਹੋਰ ਵੀ ਵੱਖ-ਵੱਖ ਇਲਾਕਿਆਂ ਤੋਂ ਜਿਹੜੇ ਸੀਗੇ ਉਹ ਸਿੱਖ ਸਨ। ਤੇ ਉਦੋਂ ਜਿੱਧਰ ਨੂੰ ਰਾਹ ਮਿਲਿਆ ਉਧਰ ਤੁਰ ਪਏ। ਤੇ ਮਾਤਾ ਭਾਗ ਕੌਰ ਚਲੋ ਉਹ ਝਬਾਲ ਦੀ ਰਹਿਣ ਵਾਲੀ ਉਹ ਛੀਣੀ, ਉਹਨੇ ਮਿਹਣਾ ਮਾਰਿਆ ਤੇ ਮੁਕਤਸਰ ਦੀ ਧਰਤੀ ਦਾ ਸੀਨ ਖਿੱਚਦੇ ਜੋਗਾ ਸਿੰਘ ਜੋਗੀ ਦੀ ਦੂਜੀ ਵਾਰੀ ਗੱਲ ਕਰਨ ਲੱਗਾ ਤੇ ਇਹਨਾਂ ਲਾਂਤੀ ਲੋਕਾਂ ਦੇ ਕਰਾਰੀਆਂ ਚਪੇੜਾਂ ਪਹਿਲਾਂ ਮਾਰ ਗਿਆ, ਜਿਹੜੇ ਦੋਗਲੇ ਨੇ, ਜਿਹੜੇ ਅਸਲੀ ਨੇ ਆਪਣੇ ਤੇ ਨਾਲ ਆਇਓ ਬਈ। ਉਹ ਕਹਿੰਦਾ ਭਾਈ ਮਹਾ ਸਿੰਘ ਮੈਦਾਨੇ ਜੰਗ ਦੇ ਵਿੱਚ ਜ਼ਖਮੀ ਹੋਇਆ ਪਿਆ, ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਆਏ ਤੇ ਉਹਨਾਂ ਨੇ ਮਹਾ ਸਿੰਘ ਦਾ ਪੱਟ ਤੇ ਆਪਣੇ ਤੇ ਸਿਰ ਰੱਖਿਆ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ। ਮਿਲਦਾ ਨਾ ਇਤਿਹਾਸ ਦੀ ਫੋਟੋ ਵੀ ਮਿਲਦੀ ਕਿਸੇ ਵੇਲੇ। ਬਿਲਕੁਲ ਬਿਲਕੁਲ। ਤੇ ਜੋਗਾ ਸਿੰਘ ਜੋਗੀ ਕਹਿੰਦੇ ਕਿ ਗੁਰੂ ਮਹਾਰਾਜ ਕਹਿੰਦੇ ਮਾਂ ਸਿਆ ਮੰਗ ਕੀ ਮੰਗਦਾ ਹੈ, ਤੇ ਜੋਗਾ ਸਿੰਘ ਜੋਗੀ ਇੱਥੇ ਟਸਕਰਾ ਲੈਂਦਾ, ਕਹਿੰਦਾ ਆਸ਼ਕੇ ਜੇ ਅੱਜ ਦਾ ਜਹੇਦਾਰ ਹੁੰਦਾ, ਅੱਜ ਦਾ ਕੋਈ ਕਹਿੰਦਾ ਜਹੇਦਾਰ ਹੁੰਦਾ, ਅੱਜ ਦਾ ਬਾਬਾ ਹੁੰਦਾ, ਕਹਿਣਾ ਨਹੀਂ ਬਦਾਵਾ ਪਾੜਨਾ ਪਾੜ, ਨਹੀਂ ਪਾੜਨਾ ਨਾ ਪਾੜ, ਮੇਰੀ ਜਾਨ ਬਖਸ਼ ਦੇ ਤੇ ਪੰਜਾਬ ਦਾ ਬਣਾ ਦੇ ਮੁੱਖ ਮੰਤਰੀ, ਕੌਮ ਜਾਵੇ ਢੱਠੇ ਖੂਹ ਚ। ਇਹ ਆ ਜੋਗਾ ਸਿੰਘ ਜੋਗੀ ਹੁਣਾਂ ਦੀ ਕਿੰਨੇ ਸਾਲ ਪਹਿਲਾਂ ਦੀ ਇਹਨਾਂ ਤੇ ਮਾਰੀਆਂ ਹੋਈਆਂ ਚਪੇੜਾਂ। ਇਹ ਲਾਂਤੀ ਲੋਕ ਕਿ ਮੇਰੀ ਪ੍ਰਧਾਨਗੀ ਬਚੀ ਰਵੇ, ਬਾਕੀ ਢੱਠੇ ਖੂਹ ਚ ਜਾਵੇ। ਮੈਨੂੰ ਦੱਸੋ ਮੈਂ ਕੀ ਕਰਨਾ? ਬਿਲਕੁਲ ਜੀ ਬਿਲਕੁਲ, ਮੈਨੂੰ ਦੱਸੋ ਮੈਂ ਕੀ ਕਰਨਾ? ਤੇ ਉਹਨੇ ਕਿਹਾ ਸੀਗਾ ਬਦਾਵਾ ਪਾੜ ਦੇ ਗਾਲਾਂ ਲਾਲਾ, ਉਹ ਸੀ ਸਿੱਖ, ਉਹ ਭਾਈ ਮਹਾਂ ਸਿੰਘ ਕਹਿੰਦੇ, ਅਸੀਂ ਉਹਨੂੰ ਭਾਈ ਮਹਾਂ ਸਿੰਘ ਕਹਿੰਦੇ ਆ। ਇਹ ਬਾਬੇ 4 ਦਿਨ ਛਾਣੇ ਕੁੱਟ ਕੇ ਤੇ ਬਾਬੇ ਬੱਲੇ ਉਹ ਤੁਹਾਡੇ। ਇਹੋ ਜਿਹੀਆਂ ਧਾਰਨਾ ਤੇ ਮੈਨੂੰ ਵੀ ਬੜੀਆਂ ਆਉਂਦੀਆਂ, ਇਹੋ ਜਿਹੀਆਂ ਧਾਰਨਾ ਮੈਨੂੰ ਵੀ ਬਹੁਤ ਆਉਂਦੀਆਂ ਨੇ, ਤੇ ਫਿਰ ਬਾਬਾ ਬਣ ਜੀਏ। ਖੈਰ ਐਨੀਵੇ, ਸੀ ਜਮਾਰ 1320 ਮੀਟਰ ਮੈਂ ਰੇਡੀਓ ਪ੍ਰੋਗਰਾਮ ਅਗਲਾ ਪੰਜਾਬ। ਚੌਟਾਲਾ ਨੇ ਕੀਤੀ ਨਤੀਸ਼ ਨਾਲ ਮੁਲਾਕਾਤ, ਤੀਸਰਾ ਗੱਠ ਜੋੜ ਬਣਾਉਣ ਦਾ ਸੁਝਾਅ ਦਿੱਤਾ ਹੈ। ਕੀ ਕਹਿਣਾ ਚਾਹੋਗੇ? ਜਿਹੜੇ ਚੌਟਾਲਾ ਸਾਹਿਬ ਨੇ ਜੀ, ਉਹਨਾਂ ਨੇ ਨਤੀਸ਼ ਨੂੰ ਕਿਹਾ ਕਿ ਮੈਂ ਮਿਲਣਾ ਚਾਹੁੰਦਾ। ਕਹਿੰਦੇ ਕੋਈ ਗੱਲ ਨਹੀਂ। ਨਤੀਸ਼ ਦਿੱਲੀ ਆਇਆ, ਜਿਹਨੂੰ ਅੱਜ ਕੱਲ ਗੁਰੂਗ੍ਰਾਮ ਕਹਿੰਦੇ ਗੁੜਗਾਉਂ ਲੱਗੇ, ਉੱਥੇ ਚੌਟਾਲਾ ਸਾਹਿਬ ਦਾ ਆਪਣਾ ਫਾਰਮ ਹੈ। ਉਸ ਫਾਰਮ ਹਾਊਸ ਦੇ ਵਿੱਚ ਦੋਵਾਂ ਬੰਦਿਆਂ ਨੇ ਬੈਠ ਕੇ ਪ੍ਰਸ਼ਾਦਾ ਪਾਣੀ ਛਕਿਆ। ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਚੌਟਾਲੇ ਨੇ ਕਿਹਾ ਕਿ ਮੈਂ ਕਾਂਗਰਸ ਨੂੰ ਛੱਡ ਕੇ ਤੇ ਬੀਜੇਪੀ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਨਾ ਚਾਹੁੰਦਾ ਕਿ ਇਹ ਦੋਵੇਂ ਨਿਕੰਮੇ, ਇੱਕ ਤੀਸਰਾ ਗੱਠਜੋੜਾ ਬਣਾਉਣਾ ਚਾਹੁੰਦਾ। ਤੁਹਾਡਾ ਕੀ ਵਿਚਾਰ ਹੈ? ਲੇਕਿਨ ਨਤੀਸ਼ ਸੁਣੀ ਗਿਆ, ਉਹਨੇ ਕੋਈ ਹੰਗਾਰਾ ਨਹੀਂ ਭਰਿਆ, ਕਿਉਂਕਿ ਜੇ ਹੰਗਾਰਾ ਭਰਦਾ ਤੇ ਫਿਰ ਤੁਹਾਨੂੰ ਪਤਾ ਵੀ ਜਿਹੜੀ ਸਰਕਾਰ ਹੈ ਉੱਥੇ ਕਿਹਦੀ ਹੈ। ਜਿਹੜੀ ਸਰਕਾਰ ਹੈਗੀ ਆ ਬਿਹਾਰ ਦੇ ਵਿੱਚ, ਉਹ ਨਾਲ ਇਹਨਾਂ ਦੇ ਅਲਾਇੰਸ, ਜੇ ਅਲਾਇੰਸ ਆ ਤੇ ਫਿਰ ਤੁਹਾਨੂੰ ਪਤਾ ਵੀ ਉਹਨਾਂ ਦੀ ਗੱਲ ਸੁਣਨੀ ਪੈਣੀ ਹੈ। ਜੇ ਉੱਥੇ ਕਹਿ ਦਿੰਦਾ ਵੀ ਇਹ ਗੱਲ ਆ ਤੇ ਉਹਦੇ ਸਿੱਟੇ ਬਾਰੇ ਨਿਕਲਣੇ ਸੀ, ਫਿਰ ਚੰਗਾ ਭਾਈ ਤੇਰੀ ਲੋੜ ਨਹੀਂ, ਸਾਨੂੰ ਕੋਈ ਹੋਰ ਬੰਦੋਬਸਤ ਕਰ ਲੈਂਦੇ। ਉਹ ਤੇ ਨਿਕਲ ਨਹੀਂ ਕਹੀ ਉਹਨੇ ਕੋਈ ਵੀ। ਲੇਕਿਨ ਇਹ ਗੱਲ ਜ਼ਰੂਰ ਆ ਕਿ ਜੇ ਉਹਦੇ ਨਾਲ ਗੱਲਬਾਤ ਹੋਈ ਹੈ ਤਾਂ ਉਹਦੇ ਕਿਤੇ ਕਿਤੇ ਜਾ ਕੇ ਨੇ ਕੁਝ ਸਿੱਟੇ ਨਿਕਲ ਗਏ, ਕਿਉਂਕਿ ਨਤੀਸ਼ ਨੇ ਆਉਂਦਿਆਂ ਬਿਆਨ ਦਿੱਤਾ ਕਿ ਜਿਹੜੀ ਤੁਹਾਡਾ ਜਸੂਸੀ ਕਾਂਡ ਉਹਦੀ ਜਾਂਚ ਹੋਣੀ ਚਾਹੀਦੀ। ਜੇ ਉਹਨੇ ਕਹਿ ਦਿੱਤਾ ਜਿਹਦਾ ਮਤਲਬ ਚੌਟਾਲੇ ਦਾ ਥੋੜਾ ਪਤਾ ਉੱਤੇ ਅਸਰ ਹੋਇਆ ਕੋਈ ਨਹੀਂ। ਹੁਣ ਚੌਟਾਲਾ ਸਾਹਿਬ ਕੀ ਚਾਹੁੰਦੇ ਵੀ ਜੇ ਕਾਂਗਰਸ ਨੂੰ ਤੁਸੀਂ ਲਾਂਭੇ ਕਰ ਦਿਓ, ਮਮਤਾ ਨੂੰ ਲੈ ਲਓ, ਤੁਸੀਂ ਆ ਜਾਓ, ਨਤੀਸ਼ ਆ ਜਾਏ, ਗੱਲ ਬਣਦੀ ਨਹੀਂ, ਕਿ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੈ। ਕੱਲ ਨੂੰ ਜੇ ਕਿਤੇ ਸੀਟਾਂ ਆਈਆਂ ਤੇ ਸਭ ਤੋਂ ਵੱਧ ਕਾਂਗਰਸ ਨੂੰ ਮਿਲਣੀਆਂ। ਇਸ ਕਰਕੇ ਮਮਤਾ ਨੇ ਪਹਿਲਾਂ ਕਹਿਤਾ, ਮਮਤਾ ਨੇ ਸੋਨੀਆ ਨੂੰ ਕਹਿ ਦਿੱਤਾ ਵੀ ਮੈਂ ਪ੍ਰਧਾਨ ਮੰਤਰੀ ਬਣਨ ਦੀ ਦੌੜ ਦੇ ਵਿੱਚ ਨਹੀਂ, ਲੇਕਿਨ ਆਹ ਜਿਹੜੇ ਫਿਰਕਾ ਪ੍ਰਸਤ ਇਹਨਾਂ ਤੋਂ ਆਪਾਂ ਨਿਜਾਤ ਕਿਵੇਂ ਪਾਉਣੀ ਆਪੋ ਦੇ ਬਾਰੇ ਸੋਚਣਾ। ਲੇਕਿਨ ਮੈਂ ਇਹਨਾਂ ਨੂੰ ਕਹੂੰਗਾ ਵੀ ਇਹਨਾਂ ਨੂੰ ਉਹਦੇ ਵਿੱਚ ਜਿਹੜਾ ਗੰਦ ਹੈ ਨਾ, ਗੰਦ ਨੂੰ ਸਾਫ਼ ਕਰਨ ਵਾਸਤੇ ਗੰਦ ਵਿੱਚ ਵੜਨਾ ਪੈਂਦਾ। ਜਿਹੜਾ ਇਹਨਾਂ ਗੰਦ ਖਿਲਾਫ ਚ ਵੜਨਾ ਪਊਗਾ। ਜਿਹੜੇ ਇਹ ਕੰਮ ਕਰਦੇ ਉਹ ਕਰਨੇ ਪੈਣਗੇ। ਬਾਅਦ ਚ ਬੇਸ਼ੱਕ ਤੁਸੀਂ ਜੋ ਮਰਜ਼ੀ ਕਰ ਲਓ,
ਇਹਨਾਂ ਨੇ ਗਾਂਧੀ ਇਹਨਾਂ ਜਿਹੜਾ ਖਿਲਾਰਤਾ ਹੁਣ ਧਰਮ ਦਾ ਵੇਖੋ ਜੀ, ਧਰਮ ਦੇ ਨਾਂ ਤੇ ਵੋਟਾਂ ਮੰਗਣੀਆਂ ਨੇ। ਯੂਪੀ 'ਚ ਇਹੋ ਜਿਹੀ ਕਰਨ ਜਾ ਕੇ ਨਾ ਜੀ ਕਹਿ ਦਿੱਤਾ ਉਹਨਾਂ ਦੀ ਪਰਸੋਂ ਮੀਟਿੰਗ ਉਹਨੇ ਕਿਹਾ, ਪਰ ਰਾਮ ਦੇ ਨਾਂ ਤੇ ਫਿਰ ਵੋਟਾਂ ਮੰਗਣੀਆਂ, ਆਪਣੇ ਕੋਈ ਹੋਰ ਰਸਤਾ ਕੋਈ ਨਹੀਂ ਹੈ ਜੀ। ਹੁਣ ਰਾਮ ਦੇ ਨਾਂ ਤੇ ਵੋਟਾਂ ਪਈਆਂ ਕਿ ਨਹੀਂ ਪੈਂਦੀਆਂ, ਨਿਤਿਸ਼ ਹੋਰਾਂ ਦੀ ਨੀਤੀ ਕੀ ਹੁੰਦੀ ਆ? ਕਿਉਂਕਿ ਵੇਖੋ ਜਦੋਂ 2019 ਸਰਕਾਰ ਬਣੀ ਤੇ ਨਿਤਿਸ਼ ਨੇ ਕਿਹਾ ਸੀ ਮੇਰੇ ਇੰਨੇ ਐਮਪੀ ਤੇ ਮੈਂ ਇੱਕ ਧਾੜਾ ਮੰਤਰੀਸ਼ਿਪ ਕਿਉਂ ਲਵਾਂ, ਮੈਂ ਨਹੀਂ ਲੈਂਦਾ, ਬਾਈਕਾਟ ਕਰ ਗਿਆ ਸੀ। ਲੇਕਿਨ ਜਿਹੜਾ ਹੋਰ ਜਿਹੜੀ ਐਕਸਪੈਂਡ ਹੈ ਉਹਦੇ ਵਿੱਚ ਮਤਲਬ ਇਹ ਮੇਰੇ ਇੱਕ ਹੀ ਲੈ ਲਓ ਤੁਸੀਂ, ਇਹਨਾਂ ਤੁਹਾਡੇ ਲੱਗਾ ਆਪਣੇ ਇੱਕ ਹੀ ਆਪਣਾ ਮੇਰਾ ਮੰਤਰੀ ਬਣਾਓ ਕੋਈ। ਇਸ ਕਰਕੇ ਨਿਤਿਸ਼ ਨੂੰ ਕਿਤੇ ਕਿਤੇ ਖਲੋਣਾ ਪਊਗਾ। ਜੇ ਉਹ ਨਹੀਂ ਖਲੋਂਦਾ ਤੇ ਅੱਜ ਜਲੀਲ ਕੀਤਾ, ਇਹਦੋਂ ਵੱਧ ਜਲੀਲ ਕਰਕੇ ਤੁਹਾਨੂੰ ਬਾਹਰ ਕੱਢਣਗੇ। ਉਹਨਾਂ ਦੇ ਇੱਕ ਇਤਿਹਾਸ ਰਿਹਾ ਉਹਨਾਂ ਦਾ ਬੀਜੇਪੀ ਵਾਲਿਆਂ ਦਾ, ਜਿਹਨੂੰ ਵੀ ਜਲੀਲ ਕੱਢ ਕੇ ਧੱਕੇ ਮਾਰ ਕੇ ਬਾਹਰ ਕੱਢਦੇ ਤੇਰੇ ਲੋੜ ਨਹੀਂ ਦੌੜ ਜਾ। ਹਾਂ ਉਹ ਤਾਂ ਅਡਵਾਨੀ ਵਰਗੇ ਨਹੀਂ ਬਖਸ਼ੇ, ਨਹੀਂ ਬਖਸ਼ੇ, ਅਡਵਾਨੀ ਵਰਗੇ ਨਹੀਂ ਬਖਸ਼ੇ। ਹਾਂਜੀ ਵੈਲਕਮ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਗੱਲਬਾਤ ਤੁਹਾਡੀ ਬੜੀ ਅਨਮੁੱਲੀ ਚੱਲ ਰਹੀ ਹੈ, ਵੈਸੇ ਸੁਣਨ ਦੇ ਵਿੱਚ ਬਹੁਤ ਨਜ਼ਾਰਾ ਆਉਂਦਾ। ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਵੀ ਚਲੋ ਬਾਕੀ ਤਾਂ ਸਾਨੂੰ ਤਾਂ ਕੋਈ ਗਿਆਨ ਨਹੀਂ, ਜਾਂ ਬੜੇ ਘੋਨੇ ਮੋਨੇ ਵੀ ਬਹੁਤ ਨੇ ਤੇ ਕਈ ਹੋ ਸਕਦਾ ਵੀ ਪਾਠ ਵੀ ਨਾ ਕਰਦੇ ਹੁਣ ਅੰਮ੍ਰਿਤ ਛਕ ਕੇ, ਲੇਕਿਨ ਜਿਹੜੇ ਸੰਤ ਸਮਾਜ ਦੀ ਗੱਲ ਕੀਤੀ ਜਾਂਦੀ ਹੈ, ਇੰਨੇ 15-20 ਸਾਲ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹੋ ਰਿਹਾ ਹੈ, ਇਹਨਾਂ ਨੇ ਕਿਤੇ ਮੋਰਚਾ ਲਾਇਆ ਵੀ ਜਾਂ ਅਸੀਂ ਮਰਦੇ ਆ? ਵੇਚੇ ਆ ਮੋਰਚੇ, ਇਹਨਾਂ ਤੇ ਐਲੀਗੇਸ਼ਨ ਲੱਗਦੇ ਵੇਚੇ ਆ ਮੋਰਚਿਆਂ ਦੀ ਆੜ ਹੇਠ ਬੜੀਆਂ ਗੰਢਾਂ ਕੱਢੀਆਂ ਗਈਆਂ ਨੇ। ਉਹ ਤੁਸੀਂ ਸ਼ਾਇਦ ਜਾਂ ਫਿਰ ਤੁਸੀਂ ਵੀ ਹੁਣ ਭੋਲੇ ਹੀ ਹੋ ਸਕਦਾ। ਹਾਂ ਤੁਸੀਂ ਬਹੁਤੇ ਹੀ ਭੋਲੇ ਹੋ ਫਿਰ। ਪਰ ਮਤਲਬ ਮੈਂ ਨਹੀਂ ਵੇਖਿਆ ਤੇ ਮੋਰਚਾ ਲੱਗਿਆ ਇਹਨਾਂ ਦਾ ਵੀ ਤੁਸੀਂ। ਵਾਹਿਗੁਰੂ ਜੀ ਵਾਹਿਗੁਰੂ। ਭੱਟੀ ਸਾਹਿਬ ਦੱਸਿਓ ਜਰਾ ਕੁ, ਦੱਸਿਓ ਜਰਾ ਕੁ ਜਿਹੜੇ ਦੇਖੋ ਜੀ ਇਹਨਾਂ ਮੋਰਚੇ ਨਹੀਂ ਲਾਏ, ਇਹਨਾਂ ਮੋਰਚਿਆਂ ਦੇ ਨਾਂ ਤੇ ਖੱਟੀਆਂ ਜ਼ਰੂਰ ਖੱਟੀਆਂ। ਹਾਂ ਜੀ ਇਹ ਦੱਸ ਦਿਓ ਕਿ ਪੰਜਾਬ ਨੇ ਸੰਤਾਪ ਬਣਾਇਆ, ਘੱਟੋ ਘੱਟ 20 ਸਾਲ ਸੰਤਾਪ ਬਣਾਇਆ ਪੰਜਾਬ ਨੇ, ਇਹਨਾਂ ਦਾ ਕੀ ਯੋਗਦਾਨ ਰਿਹਾ ਉਹਦੇ ਵਿੱਚ ਸਵਾਏ ਲੁੱਟਣ ਤੋਂ ਤੇ ਆਪਣੇ ਜਿਹੜੇ ਸੀ ਡੇਰੇ ਪਾਲਣ। ਬਿਲਕੁਲ ਇਸ ਕਰਕੇ ਇਹਨਾਂ ਦਾ ਨਾ ਯੋਗਦਾਨ ਰਿਹਾ ਤੇ ਨਾ ਰਹਿਣਾ ਚਾਹੀਦਾ। ਇਹ ਆ ਕਿ ਜੇ ਇਹ ਧਰਮ ਪ੍ਰਚਾਰ ਦੀ ਗੱਲ ਕਰਦੇ ਆ ਤੇ ਆਪਣੀਆਂ ਲਗਜ਼ਰੀ ਗੱਡੀਆਂ ਛੱਡ ਦੇਣ, ਪੈਦਲ ਚੱਲਣ, ਲੋਕਾਂ ਦੇ ਘਰਾਂ ਤੱਕ ਗਲੀਆਂ ਤੱਕ ਜਾਣ, ਲੋਕਾਂ ਦੀਆਂ ਸੱਥਾਂ ਤੇ ਜਾਣ, ਜਾ ਕੇ ਗੱਲ ਕਰੋ ਉਹਨਾਂ ਦੀ ਗੁਰੂ ਕੀ ਆ, ਗੁਰਬਾਣੀ ਕੀ ਆ। ਲੇਕਿਨ ਇਹ ਤੇ ਲਗਜ਼ਰੀ ਗੱਡੀਆਂ ਤੇ ਜਾਂਦੇ ਆ, ਫੜ ਲੋ ਪਾਸੇ ਜੇ ਬਾਬਾ ਜੀ ਆ ਗਏ, ਬਾਬਾ ਜੀ ਆ ਗਏ, ਤੇ ਬਾਬਾ ਜੀ ਘੰਟਾ ਕੁ ਸਟੇਜ ਤੇ ਬੋਲ ਕੇ ਆਪਣੇ ਤਰੀਕੇ ਨਾਲ ਤੇ ਗਾਹ ਜਾਂਦੇ, ਲੋਕਾਂ ਦੇ ਬੱਲੇ ਬੱਲੇ ਬਾਬਾ ਜੀ ਬੜੇ ਕਰਨੀ ਵਾਲੇ, ਬੜਾ ਮਤਲਬ ਬਹੁਤ ਤਿੱਖਾ ਬੋਲਦਾ ਬਾਬਾ। ਬਿਲਕੁਲ। ਆਹੋ 2-4 ਤੇ ਮੁੱਦੇ ਇਹਨਾਂ ਕੋਈ ਜਿਹੜੇ ਮਰਨ ਨਹੀਂ ਦਿੰਦੇ, ਖਤਮ ਨਹੀਂ ਹੁੰਦੇ ਨੇ। ਦਿੱਲੀ ਕਤਲੇਆਮ ਹੋ ਗਿਆ, ਆ 84 ਹੋ ਗਿਆ, ਜਾਂ ਆ ਹੁਣ ਬੇਅਦਬੀ ਹੋ ਗਈ, ਜਾਂ ਇੱਕ ਅੱਧਾ ਕੋਈ ਹੋਰ ਆ ਕਾਲੀਆਂ ਤੇ ਲਾ ਲਿਆ ਵੀ ਕਾਲੀਆਂ ਨੇ ਕੌਮ ਨੂੰ ਲੁੱਟ ਲਿਆ, ਤੇ ਉਹਦੀ ਆੜ ਹੇਠ ਆਪ ਜੋ ਕੌਮ ਨੂੰ ਥੱਲੇ ਲਾਤਾ ਉਹ ਪਤਾ ਹੀ ਕੋਈ ਨਹੀਂ। ਹੁਣ ਤੇ ਇਹ ਗੱਲ ਹੋ ਗਈ ਆ ਜੀ, ਸ਼ਾਇਦ ਤੁਹਾਨੂੰ ਪਤਾ ਹੋਏਗਾ ਚਾਵਲਾ ਸਾਹਿਬ, ਜਿਹੜੀ 2011 ਦੇ ਵਿੱਚ ਐਸਜੀਪੀਸੀ ਦੀ ਚੋਣ ਹੋਈ ਸੀ, ਉਹਦੇ ਵਿੱਚ ਸੰਤ ਸਮਾਜ ਨੇ ਬਾਦਲਾਂ ਕੋਲੋਂ 30 ਟਿਕਟਾਂ ਲਈਆਂ ਸੀ। ਹੁਣ ਤੋਂ ਇਸ ਪਾਸੇ ਆ ਗਿਆ ਵੀ ਇਹਨਾਂ ਜਿਹੜੇ ਸਾਡੇ ਗੁਰਦੁਆਰੇ ਨੇ ਕਬਜ਼ੇ ਕਿਵੇਂ ਇਹਨਾਂ ਦੇ ਕਰਨੇ ਆ। ਲੇਕਿਨ ਖੁਸ਼ਕਿਸਮਤੀ ਇਹ ਰਹੀ ਕਿ ਬਾਦਲ ਸਾਹਿਬ ਨੇ ਆਪਣੇ ਪੋਲੀਟੀਕਲ ਬੰਦੇ ਭੇਜਤੇ ਵੀ ਤੁਸੀਂ ਬਾਬਿਆਂ ਦੇ ਜਾ ਕੇ ਟਿਕਟਾਂ ਲੈ ਲਓ ਕਿਸੇ ਤਰੀਕੇ ਨਾਲ ਤੇ ਜਿੱਤ ਕੇ ਆ ਜਾਓ, ਕੋਈ ਗੱਲ। ਦੱਸ ਉਹ ਵੀ ਬਾਬਿਆਂ ਦਾ ਬਾਬੀ, ਉਹ ਵੀ ਬਾਬਿਆਂ ਦਾ ਬਾਬਾ ਆ ਗਏ। ਇਹੋ ਜਿਹਾ ਉਹ ਇਹੋ ਜਿਹਾ ਬਾਬਿਆਂ ਦਾ ਬਾਬਾ ਨਹੀਂ, ਉਹ ਅਸਲੀ ਬਾਬਿਆਂ ਦੀ ਗੱਲ। ਬਿਲਕੁਲ। ਚਲੋ ਇੱਕ ਹੋਰ ਬਾਬੇ ਦੀ ਗੱਲ ਕਰਨੀ ਹੈ, ਉਹ ਵੀ ਬਾਬੇ ਹੀ ਹੁੰਦੇ ਜਿਹੜੇ ਮੰਦਿਰ ਦੇ ਪੁਜਾਰੀ ਹੁੰਦੇ ਨੇ, ਬਾਬਿਆਂ ਦਾ ਰੂਪ ਆ। ਪਰ ਉਸ ਤੋਂ ਪਹਿਲਾਂ ਅੱਜ ਜਿਸ ਤਰੀਕੇ ਦੇ ਨਾਲ ਸੈਮੀ ਫਾਈਨਲ ਹੋਇਆ, ਉਹਦੇ ਵਿੱਚ ਬੈਲਜੀਅਮ ਅਤੇ ਇੰਡੀਆ ਦੀ ਮੁਕਾਬਲਾ ਹੋ ਕੇ ਹਟਿਆ। ਬੈਲਜੀਅਮ ਆਈ ਥਿੰਕ 5-2 ਦੇ ਉੱਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ, ਤੇ ਇੰਡੀਆ ਖੁੰਝ ਗਿਆ। ਚਲੋ ਇੰਨੇ ਲੰਬੇ ਸਮੇਂ ਬਾਅਦ ਉੱਥੇ ਪਹੁੰਚਣਾ ਵੀ ਬੜੀ ਵੱਡੀ ਗੱਲ ਹੈ, ਪਰ ਉਧਰ ਧੀਆਂ ਨੇ ਵੀ, ਭਾਰਤੀਆਂ ਨੇ ਮੋਰਚਾ ਬੜਾ ਫਤਿਹ ਕੀਤਾ ਹੈ। ਔਰ ਪੰਜਾਬ ਤੋਂ ਸਾਡੀ ਮਾਝੇ ਦੇ ਨਾਲ ਰਿਲੇਟਡ ਧੀ ਜਿਹੜੀ ਹੈ, ਉਹਨੇ ਪੈਨਲਟੀ ਸਟ੍ਰੋਕ ਲਾ ਕੇ ਜਿਹੜੀ ਇੱਕ ਵਿਸ਼ਾਲ ਇੱਕ ਕਹਿ ਲਓ ਕਿ ਜੇਤੀ ਹੈ। ਅੱਗੇ ਚਲੋ ਜਿੱਤ ਹਾਰ ਤਾਂ ਅੱਗੇ ਹੁਣ ਸ਼ਾਇਦ ਉਹ ਮੋਰਚਾ ਫਤਿਹ ਕਰ ਲੈਣ। ਇਹ ਤਾਂ ਮੈਦਾਨ ਦੇ ਵਿੱਚ ਜਦੋਂ ਖਿਡਾਰੀ ਉਤਰਦੇ ਉਦੋਂ ਪਤਾ ਲੱਗਦਾ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਗੁਰਜੀਤ ਦੀ ਗੱਲ ਹੈ ਜੀ,
ਜਦੋਂ ਕੱਲ ਰੌਲਾ ਪੈ ਗਿਆ ਨਾ ਵੀ ਵੇਖੀ ਗੁਰਜੀਤ ਨੇ ਪੈਨਲਟੀ ਸਟੋਕ ਲਾ ਕੇ ਜਿਹੜਾ ਸੀ ਗੋਲ ਕੀਤਾ, ਪੈਨਲਟੀ ਸਟੋਕ ਲਾ ਕੇ ਗੋਲ ਕੀਤਾ, ਤੇ ਉਹਨਾਂ ਦੇ ਪਰਿਵਾਰ ਨੂੰ ਇਹ ਨਹੀਂ ਪਤਾ ਵੀ ਹੋਇਆ ਕੀ, ਹੋ ਗਿਆ ਜਿੱਤ ਗਏ ਬਸ। ਉਹ ਬਾਅਦ ਚ ਕਿਸੇ ਨੇ ਦੱਸਿਆ ਵੀ ਨਹੀਂ ਅਜੇ 2 ਮੈਚ ਹੋਰ ਖੇਡਣੇ ਪੈਣੇ ਨੇ। ਲੇਕਿਨ ਗੁਰਜੀਤ ਦੀ ਜੇ ਤੁਸੀਂ ਹਿਸਟਰੀ ਪੜ੍ਹੋ ਤਾਂ ਘਰੋਂ ਕੋਈ ਏਡੀ ਵਿਚਾਰੀ ਸਾਊਂਡ ਨਹੀਂ ਹੈਗੀ। ਮਿਆਦੀਆਂ ਪਿੰਡ ਹੈਗਾ ਅਜਨਾਲੇ ਤਹਿਸੀਲ ਦੇ ਵਿੱਚ, ਬਾਰਡਰ ਤੇ ਪਿੰਡ, ਗਰੀਬੜਾ ਜਿਹਾ ਪਿੰਡ, 2 ਭੈਣਾਂ ਤੇ 1 ਭਰਾ ਵਾ। ਦਾਦਾ ਵੀ ਕਬੱਡੀ ਖੇਡਦਾ ਰਿਹਾ ਤੇ ਪਿਓ ਵੀ ਕਬੱਡੀ ਖੇਡਦਾ ਰਿਹਾ ਤੇ ਭਰਾ ਵੀ ਕਬੱਡੀ ਖੇਡਦਾ, ਤੇ ਦੋਵੇਂ ਭੈਣਾਂ ਹਾਕੀ ਦੀਆਂ ਪਲੇਅਰ ਨੇ। ਜਿਹੜੀ ਪ੍ਰਦੀਪ ਆ ਉਹ ਨੈਸ਼ਨਲ ਪਲੇਅਰ ਹੈ, ਨਾਲੇ ਕੋਚ ਅੱਜ ਕੱਲ। ਇਹ ਆਪਣੇ ਘਰ ਦੇ ਵਿੱਚੋਂ ਥੋੜੇ ਫੰਡਾਂ ਦੇ ਵਿੱਚੋਂ ਕਹਿੰਦੇ ਵੀ ਜਦੋਂ ਇਹ ਕੈਰੋ ਪੜ੍ਹਦੀ ਹੁੰਦੀ ਸੀ ਤੇ ਕਈ ਦਿਨ ਘਰ ਇਸ ਕਰਕੇ ਨਹੀਂ ਹੁੰਦੀ ਸੀ ਵੀ ਕਿਰਾਇਆ ਨਹੀਂ ਸੀ, ਪੈਸੇ ਘੱਟ ਕੋਲ ਹੁੰਦੇ ਸੀ, ਚਲੋ ਕੀ ਜਾਣਾ ਛੱਡੋ। ਇੱਥੋਂ ਤੱਕ ਉਹਨੇ ਮਿਹਨਤ ਕਰਕੇ ਤਰੱਕੀ ਕੀਤੀ ਤੇ ਰੇਲਵੇ 'ਚ ਨੌਕਰੀ ਕਰਦੀ ਤੇ ਇਲਾਹਾਬਾਦ ਡਿਊਟੀ ਲਾਈ ਇਹਦੀ ਕਲਰਕ ਦੇ ਵਿੱਚ। ਪੈਨਲਟੀ ਕਾਰਨਰ ਦੀ ਮਾਰਸ਼ਲ ਆ, ਜਦੋਂ ਪਰਸੋਂ ਨੇ ਪੈਨਲਟੀ ਕਾਰਨਰ ਦਾ ਮਿਸ ਹੋਇਆ ਤੇ ਮੌਜੂਦ ਹੋਈ ਤੇ ਉਹਨੇ ਮਾਂ ਨੂੰ ਫੋਨ ਕੀਤਾ, ਕਹਿੰਦੀ ਕੋਈ ਗੱਲ ਨਹੀਂ, ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ, ਤੂੰ ਘਬਰਾਉਣਾ ਨਹੀਂ ਕਿਸੇ ਗੱਲ ਤੋਂ। ਤੇ ਪੈਨਲਟੀ ਕਾਰਨਰ ਦੀ ਮਾਰਸ਼ਲ ਦੀ ਤੇ ਉਸ ਟੀਮ ਨੂੰ ਹਰਾਇਆ ਜਿਹੜੀ 3 ਵਾਰੀ ਦੀ ਜੇਤੂ ਸੀ। ਇਸ ਕਰਕੇ ਗੁਰਜੀਤ ਦੇ ਖਾਤੇ 'ਚ ਗੱਲ ਜਾਂਦੀ। ਅੱਜ ਜਿਹੜੇ ਲੀਡਰਾਂ ਨੇ ਕਦੀ ਉਹਦਾ ਨਾਂ ਨਹੀਂ ਸੁਣਿਆ ਨਾ ਵੀ ਕੌਣ ਗੁਰਜੀਤ ਹੁੰਦੀ, ਉਹ ਵਧਾਈਆਂ ਦੇਣ ਦੇ ਉਹਨੂੰ। ਕੋਈ ਫੋਨ ਤੇ ਦੇਣ ਦਿਆ, ਕੋਈ ਲਾਈਵ ਹੋ ਕੇ ਦੇਣ ਦਿਆ, ਕੋਈ ਘਰ ਜਾ ਕੇ ਦੇਣ ਦਿਆ, ਕੋਈ ਲੱਡੂ ਖਵਾਉਣ ਦੇ ਪਰਿਵਾਰ ਨੂੰ। ਬਿਲਕੁਲ। ਤੇ ਜਦੋਂ ਵਾਪਸ ਆਈ ਕਿਸੇ ਨੇ ਫੇਰ ਕਦਰ ਨਹੀਂ ਪਾਉਣਾ, ਨਹੀਂ ਕਰਨੀ। ਸਾਡੇ ਪੰਜਾਬ ਦੇ ਵਿੱਚ ਖੇਡ ਦਾ ਤਾਂ ਪੱਠਾ ਹੀ ਬਹਿ ਗਿਆ। ਅੱਗੇ ਤਾਂ ਵੇਖੋ ਹਰਿਆਣੇ ਦੇ ਵਿੱਚ ਕੁਝ ਅਕੈਡਮੀਆਂ ਬਣਾਈਆਂ ਨੇ ਖੱਟਰ ਨੇ, ਉਹਨੇ ਕੁਝ ਕੀਤਾ ਬਣਾਈਆਂ, ਜਿੱਥੇ ਜਿਹੜੇ ਅੱਜ ਦੀ ਡੇਟ ਦੇ ਵਿੱਚ 9 ਪਲੇਅਰ ਹਾਕੀ ਦੇ ਵਿੱਚ ਜਿਹੜੇ ਆ ਉਹ ਪਲੇਅਰ ਜਿਹੜੀ ਹੈਗੀ ਨਾ ਦੋਵੇਂ ਹਾਕੀ ਦੇ ਵਿੱਚ 9 ਜਿਹੜੀਆਂ ਸਿਰਫ ਹਰਿਆਣੇ ਦੀਆਂ ਨੇ। ਪੰਜਾਬ ਦੀ ਗੁਰਜੀਤ ਇੱਕ, ਤੇ ਗੁਰਜੀਤ ਨੇ ਜਿਹੜੀ ਕਰ ਵਿਖਾਈ ਉਹਦੀ ਅੱਜ ਤਾਂ ਚਰਚਾ ਹੈਗੀ ਆ। 40 ਸਾਲਾਂ ਬਾਅਦ ਭਾਰਤ ਨੂੰ ਉਹ ਉੱਥੇ ਲੈ ਗਈ ਜਿਹਦਾ ਭਾਰਤ ਸੁਪਨਾ ਦੇਖ ਰਿਹਾ, ਜਿੰਨਾ ਮੁੰਡਿਆਂ ਨੇ ਮੋਰਚਾ ਫਤਿਹ ਕੀਤਾ। ਚਲੋ ਹੁਣ ਅਗਲੀ ਉਹਨਾਂ ਦੀ ਗੇਮ ਹੋਣੀ ਆ, ਉੱਥੇ ਫਾਈਨਲ 'ਚ ਹੋਣੀ ਆ, 3 ਨੰਬਰ ਤੇ ਹੋਣੀ ਆ। ਹੁਣ 3 ਨੰਬਰ ਤੇ ਕੌਣ ਰਹਿੰਦਾ? ਹਾਂਜੀ, ਮੁੰਡਿਆਂ ਦੀ ਗੱਲ ਸੁਣ ਲਓ ਜੀ। ਵੇਖੋ ਕੱਲ ਮੈਂ ਗੁਰਮੇਲ ਸਿੰਘ ਤੇ ਰਾਜਵੀਰ ਨੂੰ ਸੁਣ ਰਿਹਾ ਸੀ, ਦੋਵੇਂ ਮੀਆਂ ਬੀਵੀ ਹਾਕੀ ਦੇ ਪਲੇਅਰ ਰਹੇ ਇੰਟਰਨੈਸ਼ਨਲ ਲੈਵਲ ਦੇ ਉੱਤੇ। ਗੁਰਮੇਲ ਕਹਿੰਦਾ ਕਿ ਸਾਨੂੰ ਹਮੇਸ਼ਾ ਪ੍ਰਾਪਤੀ ਪੈਨਲਟੀ ਕਾਰਨਰ ਮਿਲਦੀ ਹੁੰਦੀ ਸੀ। ਕਹਿੰਦੀ ਮੁੰਡਿਆਂ ਨੇ ਬੜੀ ਹਿੰਮਤ ਕੀਤੀ ਤੇ ਰੈਗੂਲਰ ਗੋਲ ਕੀਤੇ, ਫਿਰ ਤੇ ਆਮ ਤੌਰ ਤੇ ਪੈਨਲਟੀ ਕਾਰਨਰ ਜਿੱਤੇ ਸੀ। ਜੇਕਰ 3 ਰੈਗੂਲਰ ਰੋਲ ਕਰਕੇ ਤੇ ਮੁੜ ਕੇ ਉਹਨਾਂ ਨੂੰ ਗੋਲ ਦੇ ਲਾਗੇ ਨਹੀਂ ਫਟਕਣ ਦਿੱਤਾ ਤੇ ਬੜੀ ਬਹਾਦਰੀ ਮੁੰਡਿਆਂ ਦੀ। ਤਾਂ ਮੁੰਡੇ 3 ਪੰਜਾਬ ਦੇ ਨੇ। ਬਿਲਕੁਲ। ਇੱਕ ਤਾਂ ਉਹਨਾਂ ਦਾ ਪੋਤਰਾ ਹਾਰਦਿਕ ਸਿੰਘ ਜਿਹੜਾ ਵਾ ਉਹਨਾਂ ਦਾ ਪੋਤਰਾ ਵਾ ਗੁਰਮੇਲ ਸਿੰਘ ਹੋਰਾਂ ਦਾ। ਸਾਹਮਣਾ ਸਾਹਿਬ ਬੜਾ ਸੰਘਰਸ਼ ਕਰਨਾ ਪੈਂਦਾ ਜੇ ਪਲੇਅਰ ਬਣਨ ਵਾਸਤੇ, ਬੜਾ ਪਸੀਨਾ ਵਹਾਉਣਾ ਪੈਂਦਾ ਜੀ। ਬਲਬੀਰ ਸਿੰਘ ਸਾਡੇ ਜਿਹੜੇ ਇੱਕ ਸੀ ਪਲੇਅਰ, ਉਹ ਸਰੀਰ ਤੋਂ ਮੋਟੇ ਸੀ ਥੋੜੇ। ਉਹਨਾਂ ਨੂੰ ਕੋਚ ਨੇ ਕਹਿਤਾ ਵੀ ਕਾਕਾ ਤੂੰ ਪਲੇਅਰ ਨਹੀਂ ਬਣ ਸਕਦਾ। ਕਹਿੰਦਾ ਕੋਈ ਗੱਲ ਨਹੀਂ। ਉਹਨੇ ਆਪਣੀ ਬੋਡੀ ਫਿੱਟ ਕੀਤੀ। ਜੇ ਕਿਤੇ ਬੱਚੇ 2 ਵਾਰੀ ਕਰਦੇ ਸੀ, 1 ਵਾਰੀ ਪ੍ਰੈਕਟਿਸ ਕੀਤੀ। ਘਰੋਂ ਅਮੀਰ ਸੀਗਾ, ਆਪਣਾ ਹਾਕੀ, ਆਪਣਾ ਬਾਲ, ਆਪਣੀ ਯੂਨੀਫਾਰਮ ਲੈ ਕੇ ਜਾਂਦਾ ਸੀ ਤੇ ਏਡਾ ਵੱਡਾ ਪਲੇਅਰ ਬਣਿਆ ਸੀ। ਮੁੜ ਕੇ ਹਿੱਟ ਮਾਰਦੇ ਤੇ 3 ਜਿਹੜੀਆਂ ਗਰਾਊਂਡਾਂ ਦੀ ਜਿਹੜੀ ਬਾਲ ਟੱਪ ਜਾਂਦੀ ਸੀ। ਬਿਲਕੁਲ। ਇਹੋ ਜਿਹੇ ਬੰਦੇ ਹੈਗੇ ਦੀ ਮਿਹਨਤ ਕੀਤੀ ਹੈ। ਇਸ ਕਰਕੇ ਸਾਡੇ ਮੁੰਡੇ ਜਿਹੜੇ ਗੁਰਜੰਟ ਆ, ਹਾਰਦਿਕ ਆ, ਦਿਲਪ੍ਰੀਤ ਜਿਹੜੀ ਉਹਨਾਂ ਹਿੰਮਤ ਕੀਤੀ ਆ, 3 ਗੋਲ ਕੀਤੇ ਆ। ਇਹ ਮਾਣ ਆ ਪੰਜਾਬ ਨੂੰ। ਜਿਹੜੇ ਪੰਜਾਬ ਤੇ ਇੱਕ ਲੱਗਦਾ ਸੀ ਨਾ ਨਸ਼ਿਆਂ ਵਾਲਾ ਪੰਜਾਬ ਜੀ, ਡਰੱਗ ਵਾਲਾ ਪੰਜਾਬ ਜੀ, ਅਮਲੀਆ ਪੰਜਾਬ, ਉਹਨਾਂ ਨੇ ਉਹਨੂੰ ਥੋੜਾ ਜਿਹਾ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ। ਬਿਲਕੁਲ ਹੀ। ਔਰ ਜੇ ਚਲੋ ਜਿਸ ਤਰੀਕੇ ਦੇ ਨਾਲ ਵੀ 올림픽 ਚੋਂ ਚਾਹੇ ਉਹ ਕਾਂਸੀ ਲੈ ਕੇ ਜਾਂਦੇ ਨੇ, ਹੁਣ ਤਾਂ ਕਾਂਸੀ ਤੱਕ ਭਿੜਨਾ ਪਏਗਾ ਨਾ, 3ਰੇ ਨੰਬਰ ਲਈ ਪੋਜੀਸ਼ਨ ਲਈ ਭਿੜਨਾ ਪਏਗਾ। ਫਿਰ ਵੀ ਨੌਜਵਾਨਾਂ ਦੇ ਵਿੱਚ ਉੱਥੇ ਉਤਸ਼ਾਹ ਜਿਹੜਾ ਆਵੇਗਾ। ਅਸੀਂ ਦੇਖਦੇ ਹੁੰਦੇ ਸੀ ਅੱਜ ਤੋਂ 40 ਵਰ੍ਹੇ ਪਹਿਲਾਂ, ਜਦੋਂ ਸਾਡੀ ਉਮਰ ਇਸ ਦੇ ਵਿੱਚ ਸੀਗੀ 15, 16, 17, 18 ਸਾਲ, 20 ਸਾਲ ਦੇ ਜਿਹੜੇ ਸਾਡੇ ਨਾਲ ਦੇ ਹੁੰਦੇ ਸਾਂ, ਹਰ ਬੰਦੇ ਕੋਲੋਂ ਸ਼ਾਮ ਨੂੰ ਇੱਕ ਲੱਕੜ ਦਾ ਛੋਟਾ ਜਿਹਾ ਬਾਲ ਹੁੰਦਾ ਸੀਗਾ। ਹਾਂਜੀ, ਉਹ ਵੀ ਕਿਸੇ ਪਿੰਡ ਦੇ ਮਤਲਬ ਕਾਰੀਗਰ ਨੂੰ ਕਹਿ ਕੇ ਤੇ ਉਹਨੂੰ ਰੌਣ ਜਿਹਾ ਕਰਾਇਆ ਜਿਹੜਾ ਕਾਰਕ ਦੇ ਬਾਲ ਤਾਂ ਲੈਣ ਜੋਗੀ ਹਿੰਮਤ ਨਹੀਂ ਸੀ ਹੁੰਦੀ। ਤੇ ਮੁੰਡੇ ਸ਼ਾਮ ਨੂੰ ਹਾਕੀ ਖੇਡਦੇ ਹੁੰਦੇ ਸੀ। ਹਾਂਜੀ, ਕਿੰਨੇ ਕਿਲੋਮੀਟਰ ਉੱਦਾਂ ਹੀ ਭੱਜ ਲੈਂਦੇ ਸੀ ਇੱਧਰ ਉੱਧਰ ਖੁੱਡੀ ਗਰੇਨ ਦੇ ਉੱਤੇ। ਹੁਣ ਸਾਰਾ ਕੁਝ ਹੈਗਾ ਪਰ ਹੁਣ ਖਿਡਾਰੀ ਹੈ ਨਹੀਂ।
ਫਾਟੀ ਸਾਹਿਬ ਬਹੁਤ ਬਹੁਤ ਸ਼ੁਕਰੀਆ। ਕੱਲ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।